ਕਰੋ ਲਿਬਰਲ ਟੀਵੀ ਪੰਜਾਬੀ ਮੁੱਦਾ ਅੱਜ ਦਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਮੁੱਦੇ ਤੋਂ ਪਹਿਲਾਂ ਜੇਕਰ ਵੱਡੀ ਖਬਰ ਦੀ ਗੱਲ ਕਰੀਏ ਤਾਂ ਅੱਜ ਅੰਮ੍ਰਿਤਸਰ ਤੋਂ ਆ ਰਹੀ ਹੈ। ਸਰਹੱਦੀ ਪਿੰਡ ਹੈ ਅੰਮ੍ਰਿਤਸਰ ਦੇ ਨਾਲ, ਉਸ ਥਾਂ ਦੇ ਉੱਤੇ ਪੁਲਿਸ ਨੇ ਦਾਅਵਾ ਕੀਤਾ ਕਿ ਅਸੀਂ ਉਹ ਸ਼ਾਰਪ ਸ਼ੂਟਰ ਮਾਰ ਮੁਕਾਏ ਨੇ। ਦੋ ਸ਼ਾਰਪ ਸ਼ੂਟਰ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ 'ਤੇ ਹਮਲਾ ਕੀਤਾ ਸੀ, ਉਹਨਾਂ 'ਚੋਂ ਇੱਕ ਤਾਂ ਕਹਿੰਦੇ ਉਹ ਦੱਸਿਆ ਜਾ ਰਿਹਾ ਪੁਲਿਸ ਦੇ ਦਾਅਵੇ ਅਨੁਸਾਰ, ਜਿਹਨੇ ਕਹਿੰਦੇ ਪਹਿਲੀ ਗੋਲੀ ਸਿੱਧੂ ਮੂਸੇਵਾਲੇ ਦੇ ਮਾਰੀ ਸੀ। ਸੋ ਇਨਕਾਊਂਟਰ ਦੇ ਵਿੱਚ ਲੰਮੀ ਚੱਲੀ ਇਨਕਾਊਂਟਰ ਦੇ ਵਿੱਚ ਲਗਾਤਾਰ ਦੋ ਪਾਸੋਂ ਫਾਇਰਿੰਗ ਹੋਈ, ਜਿਸ 'ਚ ਇੱਕ ਚੈਨਲ ਦਾ ਕੈਮਰਾਮੈਨ ਵੀ ਜ਼ਖਮੀ ਹੋਇਆ ਦੱਸਿਆ ਜਾ ਰਿਹਾ। ਕਹਿੰਦੇ ਉਹਦੇ ਵੀ ਕੋਈ ਸ਼ਰਰੇ ਜਾਂ ਗੋਲੀ ਲੱਤ 'ਚ ਲੱਗੀ ਹੈ। ਪਰ ਇਸ ਮੁਕਾਬਲੇ 'ਚ ਪੁਲਿਸ ਦਾ ਦਾਅਵਾ ਹੈ ਕਿ ਅਸੀਂ ਦੋ ਗੈਂਗਸਟਰ ਉਹ ਮਾਰੇ ਨੇ ਜਿਹੜੇ ਸਿੱਧੂ ਮੂਸੇਵਾਲੇ ਦੇ ਕਤਲ 'ਚ ਇਨਵੋਲਵ ਸੀ। ਉਹਨਾਂ 'ਚੋਂ ਇੱਕ ਤਾਂ ਉਹ ਹੈ ਜੀ ਕਹਿੰਦੇ ਜਿਹਨੇ ਸਿੱਧੀ ਮਤਲਬ ਕਿ ਪਹਿਲੀ ਗੋਲੀ ਮਾਰੀ ਸੀ। ਜਦੋਂ ਕਿ ਦਾਅਵਾ ਇਹ ਵੀ ਕੀਤਾ ਜਾਂਦਾ ਕੁਝ ਧਿਰਾਂ ਵੱਲੋਂ ਜਾਂ ਕੁਝ ਖਬਰਾਂ ਇਹ ਵੀ ਹਵਾਲੇ ਨਾਲ ਆ ਰਹੀਆਂ ਕਿ 4 ਮਾਰੇ ਗਏ ਜੀ। ਇੱਥੋਂ ਤੱਕ ਕਿ ਇੱਕ MLA ਦਾ ਵੀ ਇਹ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੇ ਕਿ ਨਹੀਂ 4 ਮਾਰੇ ਗਏ ਨੇ। ਸੋ ਇਸ ਕਿ 47 ਨਾਲ ਗੋਲੀਆਂ ਚੱਲੀਆਂ ਦੋਵੇਂ ਪਾਸਿਓਂ ਤੋਂ। ਇਹ ਚਲੋ ਦੂਸਰੇ ਪਾਸੇ ਮੁਹੱਲਾ ਕਲੀਨਿਕ ਅੱਜ ਖੂਬ ਚਰਚਾ ਚੱਲ ਰਹੇ ਨੇ। ਮੁਹੱਲਾ ਕਲੀਨਿਕ ਕਹਿੰਦੇ ਜੀ ਪਹਿਲਾਂ ਸੁਵਿਧਾ ਸੈਂਟਰ ਸੀ, ਪਹਿਲਾਂ ਸੂਚਨਾ ਕੇਂਦਰ ਸੀ, ਪਹਿਲਾਂ ਅਕਾਲੀ ਦਲ ਵੱਲੋਂ ਲੋਕਾਂ ਦੀ ਸਹਾਇਤਾ ਲਈ ਉਹ ਕੇਂਦਰ ਬਣਾਏ ਗਏ ਸੀ। ਸੋ ਉਹਨਾਂ ਸੁਵਿਧਾ ਕੇਂਦਰਾਂ ਨੂੰ, ਉਹਨਾਂ ਸਹਾਇਤਾ ਕੇਂਦਰਾਂ ਨੂੰ ਉਹਨਾਂ ਨੂੰ ਕਹਿੰਦੇ ਜੀ ਹੁਣ ਬਦਲ ਕੇ ਲਾਲ ਰੰਗ ਕਰਕੇ ਜੀ ਕਹਿੰਦੇ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ। ਸੋ ਉਹਨਾਂ ਬਿਲਡਿੰਗਾਂ ਨੂੰ ਇਸ ਕੰਮ ਲਈ ਵਰਤਿਆ ਜਾ ਰਿਹਾ। ਇਹ ਵੀ ਅੱਜ ਖੂਬ ਚਰਚਾ ਚੱਲ ਰਹੀ ਹੈ। ਪਰ ਇੱਕ ਖਾਸ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕਹਾਣੀ। 36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਉਹ ਪਾਰਟੀ ਦੀ ਸਰਕਾਰ ਜਿਹੜੀ ਜਦੋਂ ਧਿਰ ਬਣ ਕੇ ਲੜ ਰਹੀ ਸੀ ਚੋਣਾਂ, ਜਦੋਂ ਪੰਜਾਬ ਦੇ ਵਿੱਚ ਸੱਤਾ 'ਚ ਆਉਣ ਲਈ ਮੈਦਾਨ ਵਿੱਚ ਕੁੱਦੀ ਹੋਈ ਸੀ, ਚੋਣ ਪਿੜ ਦੇ ਵਿੱਚੋਂ ਲੰਘ ਰਹੀ ਸੀ, ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਆਉਂਦੀ ਨੌਕਰੀਆਂ ਵੀ ਦੇਵਾਂਗੇ ਔਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਵੀ ਕਰਾਂਗੇ। ਉਸ ਅਨੁਸਾਰ ਭਗਵੰਤ ਮਾਨ ਹੋਰਾਂ ਨੇ ਵੀ ਐਲਾਨ ਕੀਤਾ, ਮੁੱਖ ਮੰਤਰੀ ਹੋਰਾਂ ਨੇ, ਕਿ ਅਸੀਂ ਜੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਜਾ ਰਹੇ ਹਾਂ। ਇਹ ਚਰਚਾ ਵਿਧਾਨ ਸਭਾ 'ਚ ਵੀ ਆਈ ਅਤੇ ਉਸ ਤੋਂ ਬਾਅਦ 'ਤੇ ਕਾਰਵਾਈ ਲਈ ਇੱਕ ਕਮੇਟੀ ਵੀ ਬਣੀ, ਜਿਹੜੀ ਸਬ ਕਮੇਟੀ ਬਣੀ ਹੈ, ਜਿਹੜੀ ਇਹਦੇ 'ਤੇ ਕੰਮ ਕਰ ਰਹੀ ਹੈ। ਉਹ ਹਰਪਾਲ ਚੀਮਾ ਨੇ, ਮੀਤ ਹੇਅਰ ਨੇ, ਸ਼ਾਇਦ ਹਰਜੋਤ ਬੈਂਸ ਵੀ ਨੇ। ਸੋ ਕਮੇਟੀ ਨੇ ਰਿਪੋਰਟ ਤਲਬ ਕੀਤੀ ਅਤੇ ਬੜਾ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ। 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਔਰ ਉਹਨਾਂ ਦੇ ਅੰਕੜੇ, ਉਹਨਾਂ ਦੀ ਰਿਪੋਰਟ, ਉਹਨਾਂ ਦੀ ਜਾਣਕਾਰੀ ਦਸਤਾਵੇਜ਼ੀ ਰੂਪ ਦੇ ਵਿੱਚ ਜਦੋਂ ਇਸ ਸਬ ਕਮੇਟੀ ਨੇ ਮੰਗੀ, ਜਿਹਦੀ ਅਗਵਾਈ ਹਰਪਾਲ ਚੀਮਾ ਵਿੱਤ ਮੰਤਰੀ ਕਰ ਰਹੇ ਨੇ, ਤਾਂ ਉਹ ਹੈਰਾਨ ਹੋ ਗਏ ਕਿ ਉਹਨਾਂ ਕੋਲ ਅੰਕੜੇ ਹੀ ਨਹੀਂ ਪੂਰੇ ਆ ਰਹੇ। ਉਹਨਾਂ ਨੇ ਜਾਣਕਾਰੀ ਮੰਗੀ ਸੀ ਕਿਹੜੇ ਵਿਭਾਗ 'ਚ ਕਿੰਨੇ ਕੱਚੇ ਮੁਲਾਜ਼ਮ ਨੇ, ਕਿਹੜੀਆਂ ਟਰਮਾਂ ਤਹਿਤ, ਕਿਹੜੇ ਸਮਝੌਤਿਆਂ ਤਹਿਤ ਬਤੌਰ ਸੇਵਾ ਨਿਭਾ ਰਹੇ ਨੇ ਕੱਚੇ ਮੁਲਾਜ਼ਮ ਵਜੋਂ, ਤਾਂ ਕਿ ਉਹਨਾਂ ਨੂੰ ਪੱਕੀ ਕਰਨ ਦੀ ਪ੍ਰਕਿਰਿਆ ਉਹਨਾਂ ਦੇ ਸਮਝੌਤਿਆਂ ਨੂੰ ਦੇਖ ਕੇ, ਉਹਨਾਂ ਦੇ ਐਗਰੀਮੈਂਟ ਨੂੰ ਦੇਖ ਕੇ, ਉਸ ਹਿਸਾਬ ਨਾਲ ਉਸ ਵਿਭਾਗ ਦੀ ਮੰਗ ਨੂੰ ਦੇਖ ਕੇ ਉਹਨੂੰ ਪੂਰਾ ਕੀਤਾ ਜਾ ਸਕੇ। ਪਰ ਕਹਿੰਦੇ ਜਦੋਂ ਅੰਕੜੇ ਅੱਧ ਪਚੱਦੇ ਆ ਰਹੇ ਨੇ, 12,000 13,000 ਪਤਾ ਨਹੀਂ 14,000 36,000 ਮੁਲਾਜ਼ਮਾਂ 'ਚੋਂ ਅੱਧੇ ਦੇ ਕਰੀਬ ਅੰਕੜੇ ਹੀ ਮਿਲ ਰਹੇ ਨੇ। ਸੋ ਇਸ ਨੇ ਇੱਕ ਨਵੀਂ ਚਰਚਾ ਛੇੜਤੀ ਕਿ 12-13,000 ਕਿਉਂ ਆ ਰਹੇ ਨੇ, ਅੱਧੇ ਕੁ ਅੰਕੜੇ ਕਿਉਂ ਆ ਰਹੇ ਨੇ, ਪੂਰੇ ਅੰਕੜੇ ਕਿਉਂ ਨਹੀਂ। ਸੋ ਇਸ ਗੱਲ ਲਈ ਕਹਿੰਦੇ ਕਿ ਉਹਨਾਂ ਨੇ ਫਟਕਾਰ ਵੀ ਲਾਈ ਹੈ ਅਫਸਰਾਂ ਨੂੰ, ਅਧਿਕਾਰੀਆਂ ਨੂੰ। ਹੁਣ ਇਹ ਸਾਰੇ ਦੇ ਵਿੱਚ ਕੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਬਣਨ ਦੇ ਵਿੱਚ ਪੱਕੇ ਮੁਲਾਜ਼ਮ ਹੀ ਰੋੜਾ ਬਣ ਰਹੇ ਨੇ ਕਿ ਕੱਚਿਆਂ ਨੂੰ ਪੱਕਾ ਨਾ ਕੀਤਾ ਜਾਵੇ, ਦੇ ਲਈ ਪੱਕੇ ਮੁਲਾਜ਼ਮਾਂ ਤੋਂ ਭਾਵ ਵੱਡੇ ਅਧਿਕਾਰੀ, ਵੱਡੇ ਅਫਸਰ ਲੌਬੀ, ਉਹ ਅਫਸਰ ਲੌਬੀ ਜਿਹਦੇ ਬਾਰੇ ਕਿਹਾ ਜਾਂਦਾ ਪੰਜਾਬ ਸਰਕਾਰ 'ਤੇ ਹਾਵੀ ਹੈ, ਜਿਹਦੇ ਬਾਰੇ ਕਿਹਾ ਜਾਂਦਾ ਕਿ ਇੱਕ ਵਿਭਾਗ 'ਚ ਬਦਲੀਆਂ ਹੋਈਆਂ, ਸ਼ਾਇਦ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀ ਚਰਚਾ ਖੂਬ ਚੱਲੀ ਸੀ ਕਿ ਉਹਨਾਂ ਦੀ ਬਦਲੀਆਂ ਕੀਤੀਆਂ, ਉਹ ਜੁਆਇਨ ਕਰਨੇ ਨਹੀਂ ਜਾਂਦੇ, ਉਹ ਆਪਣੇ ਅਹੁਦੇ ਹੀ ਨਹੀਂ ਸੰਭਾਲਦੇ, ਕਹਿੰਦੇ ਕਿਉਂਕਿ ਉਹਨਾਂ ਨੂੰ ਪਸੰਦ ਨਹੀਂ ਆਪਣੀ ਬਦਲੀ ਵਾਲੀ ਥਾਂ। ਸੋ ਇਹ ਖਬਰ। ਸੋ ਹੁਣ ਕਹਿੰਦੇ ਕਿ ਸਰਕਾਰ ਮੰਗ ਰਹੀ ਹੈ ਕੱਚੇ ਮੁਲਾਜ਼ਮਾਂ ਦੇ ਅੰਕੜੇ ਅਤੇ ਜਿਹੜੇ ਅਫਸਰ ਪੱਕੇ ਨੇ ਉਹ ਕੱਚੇ ਮੁਲਾਜ਼ਮਾਂ ਦੀ ਪੂਰੀ ਜਾਣਕਾਰੀ ਨਹੀਂ ਦੇ ਰਹੇ। ਕੀ ਇਹਦੇ ਵਿੱਚ ਕੋਈ ਖੇਡ ਹੈ? ਕੁਝ ਕਨਸੋਆਂ ਤਾਂ ਇਹ ਵੀ ਮਿਲਦੀਆਂ ਨੇ ਕਿ ਭਾਈ ਉਹ ਅੰਕੜੇ ਪੂਰੇ ਕਿੱਥੋਂ ਦੇਣ ਜਦੋਂ ਪੂਰੇ ਮੁਲਾਜ਼ਮ ਕੰਮ ਹੀ ਨਹੀਂ ਕਰ ਰਹੇ ਸੀ। ਜਿੰਨੇ ਮੁਲਾਜ਼ਮ ਕੰਮ ਕਰ ਰਹੇ ਸੀ ਅਸਲ ਦੇ ਵਿੱਚ ਕਹਿੰਦੇ ਉਹਨਾਂ ਦੇ ਅੰਕੜੇ ਉਪਲਬਧ ਕਰਾਏ ਜਾ ਰਹੇ ਨੇ। ਜਿਹੜੇ ਮੁਲਾਜ਼ਮ ਕਾਗਜ਼ਾਂ 'ਚ ਕੱਚੇ ਸੀ, ਜਿਨ੍ਹਾਂ ਦੀ ਤਨਖਾਹ ਕਹਿੰਦੇ ਕੋਈ ਅਫਸਰ ਅਧਿਕਾਰੀ ਕੋਈ ਸ਼ੱਕ ਰਿਹਾ ਸੀ, ਜਿਨ੍ਹਾਂ ਦੀ ਜੇਬਾਂ 'ਚ ਜਾ ਰਹੀਆਂ ਸੀ ਰਾਜਨੀਤਿਕ ਧਿਰਾਂ 'ਚ ਜਾਂ ਸਰਕਾਰੀ ਅਫਸਰਾਂ 'ਚ, ਹੁਣ ਉਹਨਾਂ ਦੇ ਅੰਕੜੇ ਕਿੱਥੋਂ ਦੇਣ? ਇਹ ਵੀ ਇੱਕ ਚਰਚਾ ਨਿਕਲ ਕੇ ਆ ਰਹੀ ਹੈ। ਬੇਸ਼ੱਕ ਸਾਰੇ ਅਫਸਰ, ਸਾਰੇ ਅਧਿਕਾਰੀ ਗੈਰ ਕਾਨੂੰਨੀ ਧੰਦੇ ਨਹੀਂ ਕਰਦੇ, ਸਾਰੇ ਅਫਸਰ, ਸਾਰੇ ਮੁਲਾਜ਼ਮ ਭ੍ਰਸ਼ਟ ਨਹੀਂ ਹੈਗੇ, ਪਰ ਸਾਰੇ ਅਫਸਰ, ਸਾਰੇ ਮੁਲਾਜ਼ਮ ਗੈਰ ਕਾਨੂੰਨੀ ਮਤਲਬ ਕਿ ਕੰਮਾਂ 'ਚ ਸ਼ਾਮਲ ਵੀ ਹੈਗੇ ਨੇ। ਇਹਦਾ ਮਤਲਬ ਇਹ ਨਹੀਂ ਗਾ ਕਿ ਜੇ ਸਾਰੇ ਭ੍ਰਸ਼ਟ ਨਹੀਂ ਹੈਗੇ ਤਾਂ ਕੁਝ ਭ੍ਰਸ਼ਟ ਵੀ ਹੈਗੇ ਨੇ। ਸੋ ਜੇਕਰ ਸਾਰੇ ਭ੍ਰਸ਼ਟ ਨਹੀਂ ਤਾਂ ਸਾਰੇ ਇਮਾਨਦਾਰ ਵੀ ਨਹੀਂ। ਸੋ ਇਹ ਪਹਿਲੂ ਵੀ ਹੈਗਾ। ਇਸ ਲਈ ਇਹ ਚਰਚਾ ਨਿਕਲ ਕੇ ਆ ਰਹੀ ਹੈ ਕਿ ਭਾਈ ਕੁਝ ਕੱਚੇ ਮੁਲਾਜ਼ਮ ਕਾਗਜ਼ਾਂ 'ਚ ਕੱਚੇ ਮੁਲਾਜ਼ਮ ਸੀ, ਉਹ ਕਿਸੇ ਦਾ ਤਾਇਆ, ਚਾਚਾ, ਭੂਆ, ਫੁੱਫੜ, ਨਾਨੀ, ਭਾਣਜੀ, ਤਾਈ, ਪਤਾ ਨਹੀਂ ਕੀ ਦੱਸੇ ਹੁਣ। ਸੋ ਇਹ ਜਾਂਚ ਦਾ ਵਿਸ਼ਾ।
जेकर इदां कागज़ां 'च कच्चे मुलाजम रिश्तेदार मित्र सज्जन नेड़ले कोई रखे गए तो उन्होंने ड्यूटी लई जां नहीं लई, काम किया जां नहीं किया, पर विभाग तो पैसा आया तो किहने खाया, कि उन्होंने नाम नहीं दिते जा रहे, ਜਾਂ फिर दूसरा पहलू चर्चा जा रहा कि इसलिए नहीं पूरे मुलाजमान की रिपोर्ट दी जा रही ताकि मामला लटकिया रहे, कच्चे मुलाजम पक्के ना होण, लगता कि जे पक्के होणगे तो साडे बराबर बैठणगे, जिन्होंने कल वो काका काम कर सामने कुर्सी ते खड़ा के ऑर्डर मारते सी, अज अगला बराबर कुर्सी डा के बैठूगा, साडे बराबर तनख्वाह लऊगा, कि ये बर्दाश्त नहीं हो रहा। क्योंकि जदों पूरे मामले में देखा जाना है कि किन्ने समय तो काम कर रहे, जेकर उस हदायत नाल पूरा होंदा तां तनख्वाहां ऊँ भी जदों पक्के मुलाजम होना तो तनख्वाहां च वाधा उस हिसाब नाल दिहाड़ीदार कच्चे मुलाजम टैंपरेरी मुलाजम ठेके ते रखे मुलाजमान के मुकाबले पक्के मुलाजमान की तनख्वाह पत्ते सारा कुछ होना, फिर उदों की अहुदियां तो डर लगता, फिर की तरक्कियां के हवाले नाल कि तरक्कियां 'च लोग रोड़ा बनणगे। कौन है जिहड़ा कच्चे मुलाजमान के राह च रोड़ा अटका रहा, कि वो सियासी धिरां राजनीतिक धिरां कोई पुरानियां पहलियां पार्टियां के लीडर है, कोई खेड रच रहे हैं ताकि सरकार के काम दे विच काम शामिल ना हो, जां अफसरशाही किहदे इशारे ते चल रही है, किहदे कहे ते काम कर रही है, जां किहदे कहे ते काम नहीं कर रही, क्यों अफसरशाही पूरे अंकड़े नहीं दे पा रही। सो हरपाल चीमा इस गल तो कहते नाराज़ भी होए, निराश भी होए, तो ताड़ना भी की अफसरां नूं कि 2 दिनां च तैयार करके दो पूरे कागज़ पत्तर। सो हदायत कर दी कि 21 तरीक नूं शायद मीटिंग होण जा रही है दोबारा। एक होर फिक्र सरकार नूं हैगा कि असीं पूरी तैयारी नाल ये काम करिए, किहड़े-किहड़े विभाग दे विच किहड़े-किहड़े नियमां तहत कच्चे मुलाजम सी, उन्हां नियमां नूं ध्यान च रखदिआं उन्हां नूं की 3 साल लई पहलां एक फिक्स तनख्वाह ते रखना पैना, फिर पक्के कर सकदे हां, जे उस नॉर्म चों कढ के सीधे पक्के करदे हां तां कल कोई कोर्ट्स तां नहीं चला जाऊगा, किसे नाल किहड़े समझौता होया, किसे नाल किहड़ा समझौता होया, उस हवाले नाल कोई कल नूं एक धिर ने भी चैलेंज करता कि सारे मुलाजमां ते रोक तां नहीं लग जूगी। सो इस लई वो सारे पहलू भी बाच रही है सरकार। पर आ जिहड़ी खबर निकल के आई कि कच्चे मुलाजमां नूं पक्के होण तो पक्के मुलाजम वड्डे अधिकारी वड्डे अफसरशाही राह च रोड़ा बन रहे हैं, तो उहदे विच आ एक खेड दी शंके खड़े हुए हैं। सो मुख मंत्री साहब करा लो जांच हो जानी चाहिए इस मामले की, गंभीर मामला वड्डा मामला। हाँ, जिथों तक मामलिਆਂ की गल है तो मामला तो जनाब MSP कमेटी वाला भी बहुत वड्डा बन गया। MSP कमेटी जदों 3 खेती कानून वापस होंदे ने तद उहदे नाल वादा किया जाता है कि MSP कानूनी दर्जा देने लई, MSP नूं कानूनी मानता देने लई एक कमेटी होनी चाहूगी। उस कमेटी की रूप रंग नूं लैके शंके पहलां भी खड़े हो रहे सी, सवाल पहलां भी चल रहे सी, पर जदों हुण उहदा खरड़ा सामने आया, उहदा रूप सामने आया, तद उही आया कि सत्ता की बोली बोलदा MSP कमेटी का रूप। MSP कमेटी उहदे विच शामिल पंजाब नहीं है, उहदे विच शामिल UP नहीं है, उहदे विच शामिल हरियाणा नहीं है। हाँ, वो धिरां शामिल ने जिन्हां ने 3 खेती कानून बनाए, वो धिरां शामिल ने जिन्हां ने 3 खेती कानून का खरड़ा तैयार किया, वो धिरां शामिल ने जिहड़ियां इहदी पैरवी करदी रहियां, वो धिरां शामिल ने जिहड़ियां किसान जथेबंदियां नूं समझाउण लई मीटिंगां 'च बैठदियां रहियां। वो अफसर, वो अधिकारी ते कुछ किसान लीडरां दे नां दे उत्ते RSS दे नुमाइंदे ने, कुछ भाजपा के नेड़ले बंदे ने, कोई MLA रहा, कोई चोण लड़दा रहा, किसी ने BJP की मैंबरी लई हुई है, कोई संघ के संगठन नाल जुड़िया, वो धिरां हैगियां। फिर जदों माहिरां दी गल आई, जदों किसानां दी गल आई, तद उहदे विच मिजोरम है, उहदे विच जम्मू कश्मीर के नुमाइंदे हैं, पंजाब है नहीं, UP है नहीं। कमाल आ जनाब, पंजाब का कोई तुहानूं अर्थशास्त्री नहीं मिलिया जिहड़ा खेती माहर होवे, पंजाब का तुहानूं कोई खेती विषय का माहर नहीं मिलिया जिसनूं तुसीं नुमाइंदे वजों लै सको, पंजाब का कोई किसान नहीं मिलिया, पंजाब का कोई किसान आगू नहीं मिलिया। हाँ, कमेटी ये कहती आ कि 3 कुर्सियां असीं खाली छड्डियां ने SKM लई, संयुक्त किसान मोर्चे लई, संयुक्त किसान मोर्चे लई 3 नुमाइंदे छड्डे ने, तो हुण संयुक्त किसान मोर्चा कहंदा असीं तां नहीं जाना जी, ये कमेटी तो सही नहीं गई जी, ये शरारत भरी है। भाई जाओ तो सही, तकरीर तो रखो, अपने विचार तो रखो, अपना तर्क तो रखो, ताही नहीं तो फिर पहला ही वो कारपोरेट घराणिਆਂ की कमेटी आ, वो बाजार की कमेटी आ, वो किसानों की जमीनां खाण वाली कमेटी आ, तो एक बार फिर इस कमेटी की आड़ दे विच 3 खेती कानूनों का बदलिया होया रूप सामने आ सकता है, क्योंकि किते भी इस कमेटी के रूप च साफ नहीं किया जा रहा कि कमेटी की कानूनी दर्जा देगी MSP नूं, की इहदी रिपोर्ट नूं कानूनी मानता होएगी, कि उसनूं सरकार अमली जामा पहनाएगी, लागू करेगी। सो वो इन्ना कुछ खुला रखा गया कि जेकर किसान पक्षी होया है, जथेबंदियां पक्षी होया, सूबे दे देश के पक्षी होया,
फिर इस नूं टाला मटोला भी रखा जा सकदा, फिर स्वामीनाथन मंग ये भी लाइन 'च लगी रहू। तो जे कारपोरेट पक्षी होया है जिन्हां बारे कहा जाता कि जिन्हां ने खेत खाने ने, सरकार दे अपने चहेतियां पक्षी होया, तद फिर कहते इनू लागू भी कर सकते हैं। सो इसलिए वो धिर दा चाहे 3 नुमाइंदगियां ने वो होणियां जरूरी ने। पर इत्थों समझ आउंदा कि तुसीं पंजाब दा कोई खेती नाल संबंधित हैं अर्थशास्त्री भी नहीं लैंदे, तुसीं पंजाब दा कोई खेती माहर भी नहीं लैंदे हैं, कोई तुसीं पंजाब दा वो धिर भी नहीं लैंदे जिहड़ा सिद्धे रूप च किसान नुमाइंदगी करदा होवे। SKM दे नां ते 3 कुर्सियां छड्ड के बाकी तुसीं जिहड़े खरड़े करन वाले, 3 कानून बनाउण वाले, उन्हां दी पैरवी करन वाले हैं, पैस्टीसाइड दा बाजार चलाउण वाले, वो धिरां शामिल ने और संघ और BJP की नुमाइंदगी शामिल है। सो कित्थे आ फिर एक कमेटी। सो तोमर साहब कल संसद च भी दम भर चुके हैं कि जी कानूनी गारंटी MSP लैके देवांगे पर विचार करांगे, सो देवांगे नहीं। तो इसलिए ये आड़ च एक बार फिर खतरा खड़ा हो गया कि भाई 3 खेती कानून बदलवें रूप च फिर आ सकते हैं। तो हुण तुसीं कहोगे फिर अंदोलन हो जाऊगा। कौन? पंजाब अंदोलन कर सकता, हरियाणा अंदोलन कर सकता, UP अंदोलन कर सकता है, इस देश के वासी अंदोलन कर सकते हैं। कि जथेबंदियां उस रूप च जाने लई तैयार ने? कि जथेबंदियां उस ताकत नाल एकजुट हैगियां ने ਜਾਂ ਦੁਬਾਰਾ एकजुट होने वाले सोचणगियां? मीटिंगां हो रही ने लगातार, अज भी करनाल मीटिंग सी पर मीटिंग का चेहरा मुहारा बदलिया नज़र आउंदा, जां हुण नवीं ताकत नाल नवें चेहरे नाल लड़न की तैयारी है, जां फिर भरोसगी नहीं रही। MSP की कमेटी का मसला छड्डो, 3 खेती कानून वापस कराउण तो बाद भी UP दे विच ओह धिरां भी हारियां जिथे किसानी का गढ़ रहा। क्यों हारे लखीमपुर खीरी वर्गे इलाके भी, क्यों हारे होर सारे वो इलाके भी जिथे गल हुंदी रही हाँ कि खेती का मसला, किसानी का मसला। पंजाब दे विच किसान जथेबंदियां दी जिस तरह जमानतां जब्त होईयां दी लीडरां दियां, हाँ लीडर भज्जे लड़े, 3 करोड़ के कपड़ियां दीयां गल्लां करन लगे, कौन भरोसा करेगा जनाब। सो इसलिए किसान जथेबंदियां मूहरे भी बड़ा सवाल खड़ा कि इस चुनौती नाल नजिठना किवें आ। जेकर तुहानूं सरकार कमज़ोर कर चुकी है, जां तुसीं अपणियां राजनीतिक इच्छावां कारण कहल कारण कमज़ोर हो चुके हो, फिर किवें लड़ोगे? हुण फिर उही केंद्री ताकत नाल जिहड़ी एक बार फिर इस MSP कमेटी के रूप च नवें हमले के ढंग तरीके लैके हाज़र हुई आ। सो ये बड़ी चुनौती आ। चलो जाते जाते गल डेरा सिरसा मुखी की। डेरा सिरसा मुखी गुरमीत सिंह राम रहीम पैरोल खत्म हो गई, जेल च चले गए। असली नकली बाबे की बहुत चर्चा चली। पहला बाबे ने खुद कहा कि मैं जेल च गया तद कैदी कहते सी नकली बाबा आ गया, दाड़ी असली नहीं, तुरदा असली ढंग नाल नहीं, बोलदा वो नहीं। बाबा पैरोल ते बाहर आया तो बाबा कहता कि बाबे ने आप ही दसी गल कि मैनूं इदां कहंदे सी। तो अजे ये गल दस रहा सी कि डेरे नाल संबंधित कुछ धिरां कोर्ट पहुँच गईयां कि जिहड़ा बाहर आया बाबा वो नकली आ। कहंदे जी बाबे दी उंगलां लंबियां हो गईयां, बाबा लंबा हो गया, बाबा जी ऐ बोलते ने, बाबे की आवाज़ नहीं पछाणी जाती। बाबा कहता भाई मैं पतला की हो गया है, वो करके लंबा लंघण की लग गया, मैनू नकली कही जाते हैं। कोर्ट वाले ने झाड़ पाई जी पटीशन लगे सी कि शर्म करो, ये फिल्म नहीं जिंदगी की हकीकत है, इतने नकली नहीं होंगे। पर हुण बाबा खुदे कही जाता पैरोल खत्म होने तो पहला, जेल जाण तो पहला अपनी मूँह बोली धी हनीप्रीत नाल पौने 2 घंटे लाइव, 1 घंटा 40 मिनट इंस्टाग्राम ते लाइव बाबा दम भरदा कि मेरा तो ब्लड ग्रुप बदल गया। लो जी कर लो घ्यो नूं भांडा। इत्थे बाबा दा नकली असली का मसला कोर्ट कचहरियां चों कागज़ धक्के खा रहे हैं, हैं कैदी भी पछाणदे नहीं, प्रेमी भी पछाणदे नहीं, तो बाबा हुण खुदे कही जावे। जी हाँ, डेरा सिरसा मुखी गुरमीत सिंह राम रहीम ने जेल जाण तो पहला, पैरोल खत्म होने तो पहला अपना आधार कार्ड अपडेट कराया, उहदे विच अपने बापू का नाम बदलिया, जन्म देने वाले बापू की थां दे उत्ते उसने अपने गुरु के नाम नूं दर्ज किया, एड्रैस पते 'च थोड़ी तब्दीली की, तो फिर यह भी दम भर दिता इंस्टाग्राम ते लाइव होके अपनी मूँह बोली धी हनीप्रीत नाल कि मेरा ब्लड ग्रुप बदल गया। कहना मेरे उस चैक कर लो, जो मेरा ड्राइविंग लाइसेंस हुंदा सी उस मेरा पहला ग्रुप ओ पॉजिटिव हुंदा सी। जो गुरु महाराज कहता मेरे चोला छड्डण लगे, इस फानी संसार तो जाण लगे, तद मैं रोन लग गया, गुरु साहब मैनूं छड्ड के ना जाओ। तो गुरु साहब ने मैनूं कहा मैं छड्ड के नहीं जा रहा, तेरे अंदर ये वास करूँगा। तो वो तो बाद कहते वो चले गए तो मेरा ब्लड ग्रुप बदल गया क्योंकि गुरु जी मेरे अंदर आ गए। हुण मेरा ब्लड ग्रुप ओ पॉजिटिव तो ओ नैगेटिव हो गया। कर लो क्यों भांडा भाई। सो इसलिए
ਇਹ ਬਾਬਾ ਨਕਲੀ ਆ ਜਾਂ ਅਸਲੀ ਆ ਜਾਂ ਇਹ ਬਲੱਡ ਗਰੁੱਪ ਬਦਲਣ ਦੀ ਖੇਡ ਆ, ਕਿਉਂਕਿ ਕੋਈ ਦਸਤਾਵੇਜ਼ ਬਾਬਾ ਦਿਖਾ ਨਹੀਂ ਪਾ ਰਿਹਾ। ਕਿਉਂ ਅਜਿਹੇ ਮੁੱਦੇ ਬਾਰੇ ਜਾ ਰਹੇ ਨੇ ਜਦੋਂ ਕਿ ਮੁੱਦੇ ਖੜੇ ਨੇ ਕਿ ਡੇਰਾ ਮੁਖੀ ਦੀ ਕੀ ਬੇਅਦਬੀ 'ਚ ਭੂਮਿਕਾ ਹੈ, ਉਸ ਦੀ ਜਾਂਚ ਕਿਵੇਂ ਹੋਣੀ ਚਾਹੀਦੀ ਹੈ, ਉਸ ਦੀਆਂ ਉਹਨਾਂ ਧਿਰਾਂ ਨੂੰ ਕਟਹਿਰੇ 'ਚ ਕਿਵੇਂ ਲੈ ਕੇ ਆਉਣਾ, ਕਿ ਉਹ ਰਾਜਨੀਤਿਕ ਤਾਕਤਾਂ, ਕਿ ਉਹ ਸਮਾਜਿਕ ਤਾਕਤਾਂ, ਕਿ ਉਹ ਧਾਰਮਿਕ ਚਿਹਰੇ, ਕਿ ਉਹ ਡੇਰੇ ਵਾਲੇ ਚਿਹਰੇ ਜਿਨ੍ਹਾਂ ਨੇ ਵੀ ਬੇਅਦਬੀ ਕਾਂਡ 'ਚ ਭੂਮਿਕਾ ਨਿਭਾਈ ਆ, ਉਹਨਾਂ ਚਿਹਰਿਆਂ ਨੂੰ ਬੇਨਕਾਬ ਕਰਨ ਦੇ ਲਈ ਕੀ ਕੋਸ਼ਿਸ਼ਾਂ ਹੋ ਰਹੀਆਂ, ਉਹ ਰਿਪੋਰਟਾਂ ਕੀ ਕਹਿੰਦੀਆਂ ਨੇ, ਉਹ ਸਿੱਟ ਕੀ ਕਹਿੰਦੀ ਆ, ਉਹ ਜਾਂਚ ਕੀ ਕਹਿੰਦੀ ਹੈ। ਮੁੱਦੇ ਤਾਂ ਇਹ ਹੋਣੇ ਚਾਹੀਦੇ ਨੇ ਜਨਾਬ, ਤੇ ਮੁੱਦੇ ਚੱਲ ਰਹੇ ਨੇ ਬਾਬੇ ਦਾ ਬਲੱਡ ਗਰੁੱਪ, ਬਾਬੇ ਦਾ ਆਧਾਰ ਕਾਰਡ ਹੈ, ਬਾਬੇ ਦਾ ਨਕਲੀ, ਬਾਬੇ ਦਾ ਅਸਲੀ, ਬਾਬੇ ਦੀ ਫੋਟੋ ਲੰਬੀ, ਬਾਬੇ ਦੀ ਦਾੜੀ ਛੋਟੀ, ਬਾਬੇ ਦੀਆਂ ਉਂਗਲਾਂ ਲੰਬੀਆਂ। ਸੋ ਸੋਚਣ ਵਾਲੀ ਗੱਲ ਹੈ, ਕਿਉਂ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਇਆ ਜਾਂਦਾ, ਕਿਉਂ ਇਹ ਮੁੱਦੇ ਉਭਾਰੇ ਜਾਂਦੇ ਨੇ। ਇਸ ਲਈ ਗੌਰ ਰੱਖਿਓ। ਬਾਬਾ ਜਾਂਚ ਦੇ ਘੇਰੇ 'ਚ ਹੈ, ਸਵਾਲਾਂ ਦੇ ਘੇਰੇ 'ਚ ਹੈ, ਬਲਾਤਕਾਰ ਦੇ ਮਾਮਲੇ 'ਚ ਅੰਦਰ ਹੈ, ਛਤਰਪਤੀ ਪੱਤਰਕਾਰ ਦੇ ਕਤਲ ਮਾਮਲੇ 'ਚ ਅੰਦਰ ਹੈ, ਔਰ ਉਹਨਾਂ ਮਾਮਲੇ 'ਚ ਦੋਸ਼ੀ ਕਰਾਰ ਦੇ ਕੇ ਸਜ਼ਾ ਜਾਪਤਾ ਹੈ ਅਤੇ ਉਹਨੂੰ ਲਗਾਤਾਰ ਪੈਰੋਲ ਮਿਲਦੀ ਜਾਂਦੀ ਆ। ਅਤੇ ਇੱਧਰ ਕਾਨੂੰਨੀ ਤੌਰ 'ਤੇ ਜਿਹੜੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਬਾਹਰ ਵੀ ਨਹੀਂ ਆਉਣ ਦਿੱਤਾ ਜਾਂਦਾ, ਉਹਦੀ ਰਿਹਾਈ ਲਈ ਮੰਗ ਵੀ ਜਾਰੀ ਹੈ, ਸੰਘਰਸ਼ ਵੀ ਜਾਰੀ ਹੈ। ਅਤੇ ਇੱਧਰ ਇਹ ਸਭ ਦੇ ਦਰਮਿਆਨ ਆਹ ਇੱਕ ਮਸਲਾ ਉੱਥੇ ਦਾ ਉੱਥੇ ਖੜਾ ਕਿ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਕਦੋਂ ਅਸਲੀ ਦੋਸ਼ੀ ਚਿਹਰੇ ਕਟਹਿਰੇ 'ਚ ਆਉਣਗੇ, ਸਲਾਖਾਂ ਪਿੱਛੇ ਆਉਣਗੇ। ਪੰਜਾਬ ਉਡੀਕ ਕਰਦਾ, ਸਰਕਾਰਾਂ ਤਿੰਨ ਬਦਲ ਲਈਆਂ, ਮੁੱਖ ਮੰਤਰੀ 4 ਬਦਲ ਲਏ, ਪਰ ਅਜੇ ਤੱਕ ਪੰਜਾਬ ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਨਾ ਇਨਸਾਫ ਮਿਲਿਆ, ਨਾ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ। ਇਸ ਫਿਕਰਮੰਦੀ 'ਚੋਂ ਖਬਰਾਂ ਨੇ। ਸੋ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ, ਫਿਰ ਪਰਤਾਂਗੇ। ਤੁਸੀਂ ਜੁੜੇ ਰਹੋ ਲਿਬਰਲ TV ਪੰਜਾਬੀ ਦੇ ਨਾਲ। ਲੋਕਾਂ ਦੀ ਆਵਾਜ਼ ਲੋਕਾਂ ਲਈ।